Hello guys, this is Nishila, and this is your first question of your third chapter, lateral thinking. So this is an important question for you. Write a note on the theme of this chapter, lateral thinking. This chapter is based on the theme that complicated problems can be solved by lateral thinking or thinking differently. ਸੋ ਮੈਨੂੰ ਲੱਗਦਾ ਵੀ ਤੁਸੀਂ ਚੈਪਟਰ ਪੜ੍ਹ ਹੀ ਲਿਆ ਹੋਣਾ। ਚੈਪਟਰ ਦੇ ਵਿੱਚ ਕੀ ਹੈ, ਥੀਮੈਟਿਕਲੀ ਆਪਾਂ ਸਿਰਫ ਇੱਕ ਬਾਰੇ ਹੀ ਗੱਲ ਕਰਦੇ ਹਾਂ ਵੀ ਜਿਹੜੀਆਂ ਸੋ ਦੇਅਰ ਆਰ ਸਮ ਕੰਪਲੀਕੇਟਡ ਪ੍ਰੋਬਲਮਸ ਵੀ ਕੰਪਲੀਕੇਟਡ ਪ੍ਰੋਬਲਮਸ ਕੈਨ ਬੀ ਸੋਲਵਡ, ਮਤਲਬ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ ਬਾਏ ਲੇਟਰਲ ਥਿੰਕਿੰਗ ਦੇ ਨਾਲ ਔਰ ਥਿੰਕਿੰਗ ਡਿਫਰੈਂਟਲੀ। ਲੇਟਰਲ ਥਿੰਕਿੰਗ ਹੁੰਦੀ ਹੈ, ਇਟ ਮੀਨਸ ਵੀ ਆਪਾਂ ਆਪਣੇ ਆਈਡੀਆਸ ਨਾਲ ਆਪਾਂ ਅਲੱਗ ਤਰੀਕੇ ਨਾਲ ਸੋਚ ਕੇ ਵਨ ਡਜ਼ ਨਾਟ ਹੈਵ ਟੂ ਸੋਲਵ ਦੈਮ ਬਾਏ ਲੌਜੀਕਲ ਮੈਥਡਸ। ਮਤਲਬ ਕਈ ਵਾਰੀ ਕੀ ਹੁੰਦਾ ਹੈਗਾ ਵੀ ਆਪਾਂ ਉਹਨਾਂ ਨੂੰ ਲੌਜੀਕਲ ਵੇ ਦੇ ਨਾਲ ਸੋਲਵ ਨਹੀਂ ਕਰ ਸਕਦੇ, ਬਟ ਆਪਣੀ ਇੱਕ ਲੇਟਰਲ ਥਿੰਕਿੰਗ ਹੁੰਦੀ ਹੈ, ਆਪਾਂ ਉਹਨੂੰ ਉਸ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ। ਲੇਟਰਲ ਥਿੰਕਿੰਗ ਇਸ ਕ੍ਰੀਏਟਿਵ, ਇਹ ਕ੍ਰੀਏਟਿਵ ਕਰ ਸਕਦੇ ਹਾਂ ਆਪਾਂ, ਔਰ ਅਨਕਨਵੈਨਸ਼ਨਲ ਥਿੰਕਿੰਗ। ਮਤਲਬ ਕਈ ਵਾਰੀ ਕੀ ਹੁੰਦਾ, ਕਹਿੰਦੇ ਆਪਾਂ ਕੋਈ ਕੰਮ ਕਰਾਂਗੇ ਬਟ ਆਪਾਂ ਕਈ ਵਾਰ ਕਿਸੇ ਨੂੰ ਦੱਸ ਨਹੀਂ ਸਕਦੇ ਆਪਾਂ ਕਿਸ ਤਰੀਕੇ ਨਾਲ ਆਪਾਂ ਆਪਣੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹਾਂ। ਇਟਸ ਅ ਥਿੰਕਿੰਗ ਡਿਫਰੈਂਟਲੀ ਔਰ ਡੂਇੰਗ ਸਮਥਿੰਗ ਡਿਫਰੈਂਟਲੀ। ਮਤਲਬ ਕਹਿੰਦੇ ਸੋਚਣ ਦਾ ਤਰੀਕਾ ਵੀ ਡਿਫਰੈਂਟ ਹੋਊਗਾ, ਡੂਇੰਗ ਸਮਥਿੰਗ ਕਰਨ ਦਾ ਤਰੀਕਾ ਵੀ ਡਿਫਰੈਂਟ ਹੋਏਗਾ, ਔਰ ਡੂਇੰਗ ਸਮਥਿੰਗ ਇਨ ਅ ਨੋਵਲ ਵੇ। ਅਤੇ ਕਈ ਵਾਰ ਕੰਮ ਕਰਨ ਦਾ ਤਰੀਕਾ ਵੀ ਕਾਫੀ ਨੋਵਲ ਮਤਲਬ ਵਧੀਆ ਹੁੰਦਾ ਹੈ। ਐਡਵਰਡ ਦਾ ਬੋਨੋ ਪ੍ਰੋਪਗੇਟਡ ਦਿਸ ਨੋਸ਼ਨ। ਐਡਵਰਡ ਦਾ ਬੋਨੋ ਦਾ ਰਾਈਟਰ ਆਫ ਦਿਸ ਚੈਪਟਰ, ਮਤਲਬ ਉਹਨੇ ਇਹ ਵਾਲੇ ਸਾਰੇ ਨੋਸ਼ਨ ਹੈ ਜਿਹੜਾ ਮਤਲਬ ਜਿਸ ਟੌਪਿਕ 'ਤੇ ਗੱਲ ਕਰ ਰਿਹਾ ਉਹਨੂੰ ਸਾਰੇ ਨੂੰ ਪ੍ਰੋਪਗੇਟ ਕੀਤਾ। ਹੀ ਵਾਸ ਆਫ ਦਾ ਵਿਊ ਦੈਟ ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ ਦੈਟ ਆਲ ਆਫ ਅਸ ਹੈਵ ਐਂਡ ਥਿੰਕਿੰਗ ਇਜ਼ ਅ ਸਕਿੱਲ ਟੂ ਯੂਜ਼ ਦੈਟ ਪੋਟੈਂਸ਼ੀਅਲ ਵੈਲ। ਮਤਲਬ ਕਹਿੰਦੇ ਵੀ ਇੰਟੈਲੀਜੈਂਸ ਕੀ ਹੁੰਦੀ ਹੈ, ਇਟਸ ਅ ਪੋਟੈਂਸ਼ੀਅਲ ਹੁੰਦਾ ਵੀ ਆਪਾਂ ਕੀ ਅਚੀਵ ਕਰਦੇ ਹਾਂ ਆਪਣੇ ਫਿਊਚਰ ਦੇ ਵਿੱਚ ਜਾ ਕੇ। ਕਹਿੰਦੇ ਆਪਣੇ ਸਾਰਿਆਂ ਕੋਲ ਹੁੰਦੀ ਹੈ। ਐਂਡ ਥਿੰਕਿੰਗ ਇਜ਼ ਅ ਸਕਿੱਲ ਟੂ ਯੂਜ਼ ਦੈਟ ਪੋਟੈਂਸ਼ੀਅਲ ਵੈਲ। ਅਤੇ ਕਹਿੰਦੇ ਆਪਾਂ ਕਿਸ ਤਰੀਕੇ ਨਾਲ ਆਪਣੀ ਥਿੰਕਿੰਗ ਨੂੰ, ਸਕਿੱਲ ਨੂੰ ਆਪਾਂ ਯੂਜ਼ ਕਰਦੇ ਹਾਂ। ਇਟ ਚੈਨਲਸ ਆਰ ਇੰਟੈਲੀਜੈਂਸ ਅਪਰੋਪਰੀਏਟਲੀ। ਮਤਲਬ ਕਹਿੰਦੇ ਵੀ ਇਹ ਆਪਣੇ ਮਾਈਂਡ ਦੇ ਅਕੋਰਡਿੰਗ ਵੀ ਆਪਾਂ ਆਪਣੇ ਚੈਨਲਸ ਹੁੰਦੇ ਨੇ ਵੀ ਆਪਣੀ ਅਕਲਮੰਦੀ ਨੂੰ ਆਪਾਂ ਕਿਵੇਂ ਐਪਰੋਪਰੀਏਟ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਦਿਸ ਚੈਪਟਰ ਗਿਵਸ ਸਮ ਐਗਜ਼ਾਮਪਲ, ਮਤਲਬ ਆਪਾਂ ਨੂੰ ਕਾਫੀ ਐਗਜ਼ਾਮਪਲ ਦਿੰਦਾ ਹੈ। ਅ ਗਰਲਸ ਪੂਅਰ ਫਾਦਰ ਹੈਡ ਟੂ ਪੇ ਅ ਲੋਟ ਆਫ ਮਨੀ। ਕਹਿੰਦੇ ਵੀ ਇੱਕ ਗਰਲ ਦੇ ਫਾਦਰ ਨੂੰ ਮਤਲਬ ਮਨੀ ਪੇ ਕਰਨੀ ਪਈ ਸੀ ਟੂ ਅ ਮਨੀ ਲੈਂਡਰ ਨੂੰ। ਸ਼ੀ ਵਾਸ ਆਸਕਡ ਟੂ ਚੂਜ਼ ਦਾ ਮਨੀ ਲੈਂਡਰ ਐਜ਼ ਹਰ ਹਸਬੈਂਡ ਬਾਏ ਦਾ ਪੈਬਲ ਗੇਮ। ਮਤਲਬ ਕਹਿੰਦੇ ਇਹਦੇ ਵਿੱਚ ਕੀ ਸੀਗਾ ਵੀ ਉਹਨੇ ਵੀ ਆਪਣੇ ਮਨੀ ਲੈਂਡਰ ਹਸਬੈਂਡ ਨੂੰ ਚੂਜ਼ ਕਰਨਾ ਜਾਂ ਫਿਰ ਇੱਕ ਪੈਬਲ ਗੇਮ ਦੇ ਥਰੂ। ਸ਼ੀ ਡਿਫਾਈਡ ਦਾ ਡਿਜ਼ਾਈਨਸ ਆਫ ਦਾ ਮਨੀ ਲੈਂਡਰ ਬਾਈ ਡੂਇੰਗ ਸਮਥਿੰਗ ਬਾਏ ਲੇਟਰਲ ਥਿੰਕਿੰਗ। ਮਤਲਬ ਇਹਦੇ ਵਿੱਚ ਕੀ ਹੁੰਦਾ ਵੀ ਲੜਕੀ ਨੇ ਕੀ ਕੀਤਾ, ਜਿਹੜੀ ਮਤਲਬ ਉਹਨੇ ਆਪਣੀ ਨਵੀਂ ਸੋਚ ਦੇ ਨਾਲ, ਆਪਣੇ ਇੱਕ ਆਈਡੀਆਸ ਨਾਲ, ਆਪਣੇ ਇੱਕ ਅਕਲਮੰਦੀ ਔਰ ਚਲਾਕੀ ਦੇ ਨਾਲ ਮਤਲਬ ਉਹਨੇ ਮਨੀ ਲੈਂਡਰ ਨੂੰ ਕੀ ਸੀਗਾ ਫੇਲੀਅਰ ਕਰਤਾ ਸੀਗਾ। ਸਿਮਿਲਰਲੀ ਅ ਮਿਲੇਨੀਅਰ ਇਨ ਦਿਸ ਚੈਪਟਰ ਟੁੱਕ ਅ ਲੋਨ ਫਰੋਮ ਅ ਬੈਂਕ। ਮਤਲਬ ਇੱਕ ਹੋਰ ਐਗਜ਼ਾਮਪਲ ਕੀ ਹੈ ਵੀ ਇੱਕ ਮਿਲੇਨੀਅਰ ਪਰਸਨ ਆ, ਉਹ ਇੱਕ ਲੋਨ ਲੈਂਦਾ ਫॉर 2 weeks in New York and rented the bank's garage for 2 weeks for $15। ਮਤਲਬ ਕਹਿੰਦੇ ਇਹਦੇ ਵਿੱਚ ਕੀ ਸੀਗਾ ਵੀ ਇਹਦੇ ਵਿੱਚ ਕੀ ਸੀ ਵੀ ਇੱਕ ਕਰੋੜਪਤੀ ਸੀ ਜਿਹਨੇ ਮਤਲਬ ਅਮਰੀਕਾ ਦੇ, ਉਹਨੇ ਨਿਊਯਾਰਕ ਦੇ ਇੱਕ ਬੈਂਕ ਤੋਂ ਥੋੜ੍ਹਾ ਜਿਹਾ ਮਤਲਬ ਵੀ ਲੋਨ ਲਿਆ। ਕਾਹਦੇ ਲਈ ਸੀਗਾ, ਤਾਂ ਕਿ ਮਤਲਬ ਕੀ ਸੀਗਾ ਵੀ ਉਹ ਮਤਲਬ ਇੱਕ ਜਿਹੜਾ ਗੈਰਾਜ ਸੀ ਵੀ ਉਹਨੂੰ ਰੈਂਟ 'ਤੇ ਲੈ ਸਕੇ। ਬਹੁਤ ਦਾ ਪਾਰਟੀਜ਼ ਮੇਡ ਯੂਜ਼ ਆਫ ਲੇਟਰਲ ਮੈਥਡ। ਮਤਲਬ ਕਿ ਦੋਨੋਂ ਪਾਰਟੀਜ਼ ਕੀ ਨੇ, ਆਪਣੇ ਆਪ ਦੇ ਵਿੱਚ ਇੱਕ ਨਵੀਂ ਮਤਲਬ ਇੱਕ ਪੋਜ਼ੀਟਿਵ ਮੈਥਡ ਕ੍ਰੀਏਟ ਕਰਦੇ ਨੇ ਆਪਣੇ ਮਾਈਂਡ ਦੇ ਵਿੱਚ। ਸੋ ਡੈਟਸ ਯੂਅਰ ਕੁਐਸਚਨ, ਥੈਂਕਸ।